जस गायो जो प्रभ की अत प्यारी। मेरा घर बनिया बन काल बनिया, प्रभ परसे हर राया राम। सूरत महला पंजवा। प्रभ की शरण सगल भै लाथे, दुख बिन से सुख पाया। दयाल होआ पार ब्रह्म स्वामी, पूरा सतगुर ध्याया। प्रभ जियो प्रभ जियो तू मेरो साहिब दाता। कर कृपा प्रभ दीन दयाला, गुण गाऊं रंग राता। रहाओ सतगुर नाम निदान दृढ़ाया, चिंता सगल विनाशी। कर कृपा अपनो कर लीना, मन वसिया ऐ विनाशी। ताको विघ्न ना को लागै, ताको विघ्न ना को लागै। जो सतगुर अपने राखे, चरण कमल बसे हृदय अंतर। अमृत हर रस चाखे, कर सेवा कर सेवा। सेवक प्रभ अपने, जिन मन की इच्छ पुजाई। नानक दास ताकै बलिहारै, जिन पूरन पैज रखाई। नानक दास ताकै बलिहारै, जिन पूरन पैज रखाई। परम सम्मानयोग गुरु सवारी ने अपार बख्शिश की है। जिवें कि आपां सारे इस गल तो भली प्रकार जाने हाँ, सेवक परिवार नूं सतगुरां ने अपनियां बेअंत बख्शिश कीतियां हुईयां दातां दे विचों नवे ग्रह की दात बख्शिश करके निवाजिया है।
ਸੋ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਹੋਏ ਗੁਰਮਤਿ ਸਮਾਗਮ ਉਲੀਕੇ ਗਏ, ਜਿਨ੍ਹਾਂ ਸਮਾਗਮਾਂ ਦੇ ਅੰਦਰ ਜੁੜ ਬੈਠ ਕਰਕੇ ਜਿੱਥੇ ਆਪਾਂ ਅੰਮ੍ਰਿਤਮਈ ਬਾਣੀ ਦਾ ਪਾਠ ਉਪਰੰਤ ਸਤਿਕਾਰਯੋਗ ਭੈਣ ਜੀ ਹੋਰਾਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਬੜੇ ਹੀ ਰਸ ਭਿੰਨੇ ਅੰਦਾਜ਼ ਦੇ ਸ਼ਰਵਣ ਕੀਤਾ। ਆਓ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਜਿੱਥੇ ਪਾਵਨ ਬਾਣੀ ਦੇ ਪਾਠ ਦੇ ਨਾਲ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਜੁੜਨਾ ਕੀਤਾ ਹੈ, ਉੱਥੇ ਮੁਬਾਰਕ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਜਾਣਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਜਿਸ ਪਾਵਨ ਸ਼ਬਦ ਦਾ ਪਾਠ ਆਪਾਂ ਬੜੇ ਪਿਆਰ ਅਦਬ ਸਹਿਤ ਹੁਣੇ ਸ਼ਰਵਣ ਕੀਤਾ ਹੈ, ਸ਼ਹੀਦਾਂ ਦੇ ਸਿਰ ਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 615 ਦੇ ਉੱਪਰ ਸ਼ੁਭਾਇਮਾਨ ਹੈ। ਸਤਿਗੁਰਾਂ ਨੇ ਬੜੇ ਪਿਆਰੇ ਖਿਆਲਾਤ ਇਸ ਮੁਬਾਰਕ ਬਚਨ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ, ਇੱਕ ਵਾਰੀ ਆਪਾਂ ਇਸ ਪਾਵਨ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਕਿਉਂਕਿ ਆਪ ਜੀ ਸਾਰੇ ਗੁਰਮੁਖ ਜਿਹੜੇ ਨੇ ਉਹ ਬਾਣੀ ਪੜ੍ਹਨ ਤੇ ਸੁਣਨ ਵਾਲੇ ਬੈਠੇ ਹੋ। ਬਾਣੀ ਨੂੰ ਪੜ੍ਹਦੇ ਹਾਂ, ਜਦੋਂ ਆਪਾਂ ਮੁਬਾਰਕ ਬਾਣੀ ਦੀ ਤਰਤੀਬ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਹਰ ਇੱਕ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਇੱਕ ਰਹਾਉ ਵਾਲਾ ਬੰਦ ਜਿਹੜਾ ਹੈ ਉਹ ਬਖਸ਼ਿਸ਼ ਕੀਤਾ। ਰਹਾਉ ਦੇ ਅਰਥ ਹੁੰਦੇ ਨੇ ਠਹਿਰੋ, ਸਟੋਪ। ਭਾਵ ਇਹ ਜਿਹੜੀ ਪੰਕਤੀ ਹੈ, ਇਹ ਜਿਹੜਾ ਬੰਦ ਹੈ, ਇਹ ਬਹੁਤ ਇੰਪੋਰਟੈਂਟ ਹੈ, ਬੜਾ ਹੀ ਜ਼ਰੂਰੀ ਹੈ। ਇਸ ਪੰਕਤੀ ਨੇ ਸਾਰੇ ਸ਼ਬਦ ਦਾ ਤੱਤ ਜਿਹੜਾ ਹੈ ਉਹ ਸਾਡੇ ਸਾਹਮਣੇ ਰੱਖਣਾ ਹੈ। ਬਾਕੀ ਦਾ ਸਾਰਾ ਸ਼ਬਦ ਜਿਹੜਾ ਹੈ ਉਹ ਇਸ ਪੰਕਤੀ ਦੇ ਆਲੇ ਦੁਆਲੇ ਘੁੰਮਣਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਇਸ ਪੰਕਤੀ ਨੂੰ, ਜਿਹੜੀ ਰਹਾਉ ਵਾਲੀ ਪੰਕਤੀ ਹੈ, ਉਸ ਪੰਕਤੀ ਨੂੰ ਧਿਆਨ ਦੇ ਨਾਲ ਰੁਕ ਕੇ ਸਮਝ ਕੇ ਫਿਰ ਅਗਲੇ ਸ਼ਬਦ ਦੀਆਂ ਪੰਕਤੀਆਂ ਨੂੰ ਬੰਦਾ ਨੂੰ ਸਮਝਣ ਦਾ ਯਤਨ ਕਰੋ। ਸੋ ਖੈਰ, ਜਿਹੜਾ ਮੁਬਾਰਕ ਸ਼ਬਦ ਆਪਾਂ ਸਰਵਣ ਕੀਤਾ ਹੈ, ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੂੰ ਰੰਗ ਰਾਤਾ। ਆਓ ਇੱਕ ਵਾਰੀ ਬੜੇ ਪਿਆਰ ਅਦਬ ਸਹਿਤ ਇਹਨਾਂ ਪੰਕਤੀਆਂ ਦਾ ਗਾਇਨ ਰਲ ਮਿਲ ਕੇ ਕਰਨ ਦਾ ਯਤਨ ਕਰੀਏ ਜੀ। ਤੂੰ ਮੇਰੋ ਸਾਹਿਬ ਦਾਤਾ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਤੂੰ ਮੇਰੋ ਸਾਹਿਬ ਦਾਤਾ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਤੂੰ ਮੇਰੋ ਸਾਹਿਬ ਦਾਤਾ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਤੂੰ ਮੇਰੋ ਸਾਹਿਬ ਦਾਤਾ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ,
ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਕਿਰਪਾ ਪ੍ਰਭ ਦੀਨ ਦਿਆਲਾ, ਕਰ ਕਿਰਪਾ ਪ੍ਰਭ ਦੀਨ ਦਿਆਲਾ। ਗੁਣ ਗਾਉ ਰੰਗ ਰਾਤਾ, ਗੁਣ ਗਾਉ ਰੰਗ ਰਾਤਾ। ਗੁਣ ਗਾਵੋ ਰੰਗ ਰਾਤਾ, ਗੁਣ ਗਾਵੋ ਰੰਗ ਰਾਤਾ। ਤੂੰ ਮੇਰੋ ਸਾਹਿਬ ਦਾਤਾ ਪ੍ਰਭ ਜੀਓ, ਤੂੰ ਮੇਰੋ ਸਾਹਿਬ ਦਾਤਾ। ਤੂੰ ਮੇਰੋ ਸਾਹਿਬ ਦਾਤਾ ਪ੍ਰਭ ਜੀਓ, ਤੂੰ ਮੇਰੋ ਸਾਹਿਬ ਦਾਤਾ। ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ। 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 ਸਭ ਕੋ ਦੇਵਨ ਹਾਰ, ਸਭ ਕੋ ਦੇਵਨ ਹਾਰ। ਸਭ ਕੋ ਦੇਵਨ ਹਾਰ, ਸਭ ਕੋ ਦੇਵਨ ਹਾਰ। ਦੇਂਦੇ ਟੋਟ ਨਾ ਆਵਈ, ਦੇਂਦੇ ਟੋਟ ਨਾ ਆਵਈ। ਦੇਂਦੇ ਟੋਟ ਨਾ ਆਵਈ, ਦੇਂਦੇ ਟੋਟ ਨਾ ਆਵਈ। ਅਗਣਤ ਪਰੇ ਪੰਡਾਰ, ਅਗਣਤ ਪਰੇ ਪੰਡਾਰ। ਅਗਣਤ ਪਰੇ ਪੰਡਾਰ, ਅਗਣਤ ਪਰੇ ਪੰਡਾਰ। ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ, ਦੱਦਾ ਦਾਤਾ ਏਕ ਹੈ। ਤੂੰ ਮੇਰੋ ਸਾਹਿਬ ਦਾਤਾ ਪ੍ਰਭ ਜੀਓ, ਤੂੰ ਮੇਰੋ ਤੂੰ ਮੇਰੋ ਸਾਹਿਬ ਦਾਤਾ। ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਪ੍ਰਭ ਜੀਓ। हे ਪ੍ਰਭੂ ਜੀ, ਤੂੰ ਮੇਰੋ ਸਾਹਿਬ ਦਾਤਾ। ਸਾਹਿਬ ਦੇ ਅਰਥ ਨੇ ਮਾਲਕ, ਤੇ ਦਾਤਾ ਦੇ ਅਰਥ ਨੇ ਦਾਤਾਂ ਦੇਣ ਵਾਲਾ, ਜਿਹੜਾ ਦਾਤਾਂ ਦੇ ਰਿਹਾ। ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ, ਉਸ ਪਰਮੇਸ਼ਰ ਨੂੰ ਦਾਤਾ ਬਿਆਨਿਆ। ਤੇ ਬਾਕੀ ਸਾਰਾ ਸੰਸਾਰ ਜਿਹੜਾ ਹੈ ਨਾ, ਇਹ ਭਿਖਾਰੀ ਹੈ। ਆਪਾਂ ਹੁਣੇ 9ਵੇਂ ਮਹੱਲੇ ਦੇ ਸ਼ਲੋਕ ਪੜ੍ਹੇ ਨੇ ਨਾ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਸ਼ਲੋਕ ਦੇ ਅੰਦਰ ਬੜੀ ਪਿਆਰੀ ਗੱਲ ਕਹੀ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਸਾਰਾ ਸੰਸਾਰ ਜਿਹੜਾ ਹੈ ਨਾ, ਉਹ ਭਿਖਾਰੀ ਹੈ, ਤੇ ਦਾਤਾ ਜਿਹੜਾ ਹੈ ਉਹ ਇੱਕ ਰਮਿਆ ਹੋਇਆ ਪਰਮਾਤਮਾ, ਇੱਕ ਵਾਹਿਗੁਰੂ। ਸਤਿਗੁਰੂ ਜੀ ਦਾ ਬਚਨ ਰੋਜ਼ ਸ਼ਰਵਣ ਕਰਦੇ ਆ। ਗੁਰਾ ਇੱਕ ਦੇਹ 부ਜਾਈ। ਗੁਰਾ ਸੰਬੋਧਨ, हे ਸਤਿਗੁਰੂ ਇੱਕ ਦੇਹ 부ਜਾਈ, ਮੈਨੂੰ ਇੱਕ ਸਮਝ ਦੇ। ਹੁਣ ਸਮਝ ਕਿਹੜੀ ਮੰਗੀ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ
बिसर ना जाई। सतगुरु जी कह लगे, हे मालिक जी, हे सतगुरु, मैनू आ समझ दे भी सारिया जीवां दा जेड़ा एक दाता है ना, जिहदे बारे आपां पढ़दे आ, तुम दाते ठाकुर प्रतिपालक नायक खसम हमारे, निमख निमख तुम ही प्रतिपालो, हम बारक तुमरे तारे, सबना जिया का एक दाता। हे सतगुरु, मैनू एक तां ये समझ दे भी सारिया जीवां दा दाता जिहड़ा है वो एक परमात्मा है, नहीं तो दाता तो वैसे एक है। तवज्जो दे के बेनती नूं समझो साध संगत जी, दाता ते एक है। हुणे आपां वचन पढ़े ना, दद्दा दाता एक है, सबको देवन हार। पर मनुख नूं किते ना किते इस गल दा भुलेखा बन जाता है। फिर मनुख उस भुलेखे दे तहत पता नहीं किन्नू किन्नू अपने जीवन दा दाता मन के बैठ लैंदा है। कोई किसी नूं दाता मन के बैठ गया, कोई किसी नूं दाता मन के बैठ गया। सतगुरु जी ने यह बख्शिश की भी, हे सतगुरु, पहली गल तां यह है भी मैनू एक दाते दा पता लग जे, सबना जियां का एक दाता। ते दूसरी बेनती यह है, सो मैं विसर ना जाई। वो जिहड़ा एक दाता है वो मेरी जिंदगी दे विचों विसरे ना, भुले ना। क्योंकि जे वो दाता भुल गया, जे वो दाता मेरी जिंदगी दे विचों विसर गया, तो मेरे जीवन का वजूद जिहड़ा है वो खत्म हो जाएगा। एक छोटी जी एग्जाम्पल आप जी दे नाल साझी कर दी। साध संगत जी, जीरो आपां एक पा दीए, जीरो दो पा दीए, जीरो जिहड़ी है वो 3 पा दीए, जीरो 4 पा दीए। इस ढंग दे नाल सिफर जिहड़े ने वो भावें आपां 10 पा दीए, भावें आपां 100 पा दीए, भावें आपां हज़ारां पा दीए, पर उन्हां दी वैल्यू जिहड़ी है ना वो कितनी है? बोल के दसो जी, उच्ची बोलो, वैल्यू कितनी है? जीरो। भावें आपां करोड़ों जीरोआं पा दीए, पर उन्हां दी वैल्यू जिहड़ी है, उन्हां दी कीमत जिहड़ी है वो जीरो है। हुण बेनती नूं ध्यान दे नाल समझिओ, जीरो एक पा दिओ, एक सिफर पा दिओ। हुण उस एक जीरो दे अगे तुसी एका पा दिओ, ओदी वैल्यू हुण जीरो नहीं रहेगी, ओदी वैल्यू हुण 10 हो जाएगी। उस 2 जीरोआं दे अगे किते आपां एका पा दईए, ओदी वैल्यू हुण 100 बन जाती है। 3 जीरोआं दे अगे आपां एका पा दईए, वैल्यू 1000 बन गई। 4 जीरोआं दे अगे एका पा दईए, वैल्यू 10,000 बन गई। इवें जिन्नियां जीरोआं दे अगे भावें 5 जीरोआं होण, 6 होण, 10, 12 जिन्नियां जीरोआं होण, उन्हां दे अगे एका रहेगा ते कीमत जिहड़ी है वो वैल्यू जिहड़ी है वो कई गुना बढ़ जाती है। ते जे किते उन्हां जीरोआं दे अगों एका हटा दईए, जीरो की वैल्यू फिर जीरो आ जाती है। मैं जिहड़ी बेनती करनी चाहुंदा, सतगुरु जी कह लगे, सिखा तेरे जीवन दे अंदर पदार्थां की वैल्यू तां है, तेरे जीवन दे अंदर तेरे इस जीवन की वैल्यू तां है, इस सोहने घर बार की वैल्यू तां है, इस शरीर की वैल्यू तां है, इस बिजनेस ते कारोबार की वैल्यू तां है जे अगे एक अकाल पुरख परमात्मा होवेगा। जे एक नूं विसार देना है, जे एक नूं भुला देना है, तो फिर आपां सतगुरु जी की मुबारक बाणी का बड़ा प्यारा बचन पढ़ते हैं। आप जी सारियां नूं ये बचन याद है, एक बारी बड़े प्यार दे नाल पढ़ियो। हर बिसरत सदा खुआरी, सदा
ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ। ਤਾਕੋ ਤੋਖਾ ਕਹਾਂ ਵਿਆਪੈ, ਤਾਕੋ ਤੋਖਾ ਕਹਾਂ ਵਿਆਪੈ, ਤਾਕੋ ਤੋਖਾ ਕਹਾਂ ਵਿਆਪੈ, ਤਾਕੋ ਤੋਖਾ ਕਹਾਂ ਵਿਆਪੈ। ਜਾਕੋ ਓਟ ਤੁਹਾਰੀ, ਜਾਕੋ ਓਟ ਤੁਹਾਰੀ, ਜਾਕੋ ਓਟ ਤੁਹਾਰੀ, ਜਾਕੋ ਓਟ ਤੁਹਾਰੀ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਜੇ ਉਹ ਹਰੀ ਤੈਨੂੰ ਵਿਸਰ ਗਿਆ ਨਾ, ਤੇਰੇ ਜੀਵਨ ਦੀ ਵੈਲਿਊ ਜਿਹੜੀ ਹੈ ਉਹ ਬਿਲਕੁਲ ਸੱਜਣਾ ਜ਼ੀਰੋ ਹੈ, ਬਿਲਕੁਲ ਜ਼ੀਰੋ। ਇਹੀ ਕਾਰਨ ਜਦੋਂ ਆਪਾਂ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮੁਬਾਰਕ ਬਾਣੀ ਦਾ ਪਹਿਲਾ ਰਾਗ ਹੈ ਸ਼੍ਰੀ ਰਾਗ। ਸ਼੍ਰੀ ਰਾਗ ਦਾ ਜਦੋਂ ਆਪਾਂ ਪਹਿਲਾ ਸ਼ਬਦ ਪੜ੍ਹੀਏ ਤੇ ਵੇਖੋ ਕਿੰਨੀ ਪਿਆਰੀ ਗੱਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਹੀ। ਸਤਿਗੁਰੂ ਜੀ ਕਹਿੰਦੇ ਨੇ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਹੇ ਮਾਲਕ ਜੀ, ਮੇਰਾ ਜਿਹੜਾ ਘਰ ਹੋਵੇ ਨਾ, ਮੋਤੀ ਤਾਂ ਮੰਦਰ ਉਸਰੈ, ਮੰਦਰ ਦੇ ਅਰਥ ਨੇ ਘਰ, ਉਹ ਮੋਤੀਆਂ ਦੀ ਉਸਾਰੀ ਦੇ ਨਾਲ ਉਸਰਿਆ ਹੋਵੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਤੇ ਰਤਨਾ ਦੇ ਨਾਲ ਜੜਿਆ ਹੋਵੇ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਉਸ ਘਰ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਆਉਂਦੀਆਂ। ਹੁਣ ਅੱਜ ਦੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰ ਲਈਏ, ਸਤਿਗੁਰੂ ਮੇਰੇ ਘਰ ਨੂੰ ਸੋਹਣਾ ਤੇ ਚੰਗਾ ਮਾਰਬਲ ਲੱਗਾ ਹੋਵੇ, ਘਰ ਦੇ ਅੰਦਰ ਸੋਹਣਾ ਫਰਨੀਚਰ ਪਿਆ ਹੋਵੇ, ਔਰ ਉਸ ਘਰ ਦੇ ਅੰਦਰ ਹਰ ਇੱਕ ਰੂਮ ਦੇ ਇੱਕ ਰੂਮ ਫਰੈਸ਼ਨਰ ਜਿਹੜੇ ਨੇ ਉਹ ਲੱਗੇ ਹੋਣ, ਤੇ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਜਿਹੜੀਆਂ ਨੇ ਹਰ ਇੱਕ ਰੂਮ ਦੇ ਵਿੱਚੋਂ ਆਉਂਦੀਆਂ ਹੋਣ। ਪਰ ਸਤਿਗੁਰੂ ਜੀ ਕਹਿਣ ਲੱਗੇ, ਮੇਰੀ ਇੱਕ ਅਰਦਾਸ ਹੈ, ਮੇਰਾ ਇੱਕ ਤਰਲਾ ਹੈ, ਜਿਹੋ ਜਿਹਾ ਤਰਲਾ ਇਸ ਸੇਵਕ ਪਰਿਵਾਰ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ। ਵੇਖੋ, ਉਸ ਮਾਲਕ ਨੇ ਪਰਿਵਾਰ ਨੂੰ ਇਹ ਦਾਤ ਬਖਸ਼ਿਸ਼ ਕੀਤੀ, ਸੋਹਣੇ ਘਰ ਦੀ ਦਾਤ ਬਖਸ਼ਿਸ਼ ਕੀਤੀ। ਹੁਣ ਜਦੋਂ ਇਹ ਦਾਤ ਬਖਸ਼ਿਸ਼ ਕੀਤੀ, ਉਸ ਮਾਲਕ ਦਾ ਤਰਲਾ ਸੇਵਕ ਪਰਿਵਾਰ ਲੈਂਦਾ ਹੈ, ਤੇ ਇਸ ਤਰਲੇ ਦੇ ਵਿੱਚੋਂ ਇਹ ਭਾਵਨਾ ਨਿਕਲਦੀ ਹੈ ਕਿ ਆਪਾਂ ਇਸ ਘਰ ਦੇ ਵਿੱਚ ਜ਼ਿੰਦਗੀ ਦਾ ਵਸੇਬਾ ਕਰਨ ਤੋਂ ਪਹਿਲਾਂ, ਜੀਵਨ ਦਾ ਆਰੰਭ ਕਰਨ ਤੋਂ ਪਹਿਲਾਂ, ਕਿਉਂ ਨਾ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰ ਲਈਏ ਜਿਹਦੀਆਂ ਇਹ ਦਾਤਾਂ ਸਾਨੂੰ ਮਿਲੀਆਂ ਨੇ। ਨਹੀਂ ਤਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਆਪਾਂ ਬਚਨ ਹੁਣੇ ਬੜੇ ਪਿਆਰ ਦੇ ਨਾਲ ਪੜ੍ਹੇ, ਤਵੱਜੋ ਦੇ ਕੇ ਬੇਨਤੀ ਨੂੰ ਸਮਝਿਓ। ਤਨ ਧਨ ਸੰਪੈ ਸੁਖ ਦਿਓ, ਅਰ ਜਹ ਨੀਕੇ ਧਾਮ। ਸਤਿਗੁਰੂ ਜੀ ਕਹਿਣ ਲੱਗੇ, ਉਹ ਬੰਦਿਆ ਵੇਖ, ਜਿਸ ਪਰਮਾਤਮਾ ਨੇ ਤੈਨੂੰ ਇਹ ਸੋਹਣਾ ਤਨ ਦਿੱਤਾ, ਤਨ ਧਨ, ਧਨ ਦੇ ਅਰਥ ਨੇ ਦੌਲਤ, ਜਿਸ ਪਰਮਾਤਮਾ ਨੇ ਤੈਨੂੰ ਦੌਲਤ ਦਿੱਤੀ, ਔਰ ਜਹ ਨੀਕੇ ਧਾਮ, ਨੀਕੇ ਦੇ ਅਰਥ ਨੇ ਸੋਹਣੇ ਸੁੰਦਰ, ਤੇ ਧਾਮ ਦੇ ਅਰਥ ਨੇ ਘਰ। ਜਿਸ ਪਰਮਾਤਮਾ ਨੇ ਤੈਨੂੰ ਸੋਹਣੇ ਘਰ ਦਿੱਤੇ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਸਤਿਗੁਰੂ ਜੀ ਕਹਿਣ ਲੱਗੇ, ਤੂੰ ਤਨ ਦੇ ਅੰਦਰ ਹੀ ਉਲਝਿਆ ਰਹਿ ਗਿਆ, ਤੂੰ ਧਨ ਦੇ ਅੰਦਰ ਹੀ ਉਲਝਿਆ ਰਹਿ ਗਿਆ, ਤੂੰ ਸੋਹਣੇ ਘਰ ਦੇ ਅੰਦਰ ਹੀ ਉਲਝਿਆ ਰਹਿ ਗਿਆ, ਤੇ ਜਿਸ ਪਰਮਾਤਮਾ ਨੇ ਤੈਨੂੰ ਇਹ ਸਭ ਕੁਝ ਦਿੱਤਾ, ਤੂੰ ਉਹਨੂੰ ਕਦੇ ਸਿਮਰਿਆ ਹੀ ਨਹੀਂ, ਕਦੇ ਉਹਨੂੰ ਆਪਣੇ ਜੀਵਨ ਦੇ ਅੰਦਰ ਚੇਤਾ ਹੀ ਨਹੀਂ ਕੀਤਾ। ਤੇ ਜੇ ਉਹਨੂੰ ਚੇਤਾ ਨਹੀਂ ਨਾ ਕੀਤਾ, ਫਿਰ ਸਤਿਗੁਰੂ ਜੀ ਕਹਿਣ ਲੱਗੇ, ਯਾਦ ਰੱਖੀ
मैं फिर बेनती दोहरावां, ये वैल्यू जीरो रह जानी है, जीरो। इसे करके सतगुरु जी ने ये गल कही, मोती ता मंदिर उसरे, रतनी ता होवे जड़ाऊ, कस्तूर कुंभू, अगर चंदन लीप आवे चाओ, मत देख भूला विसरै, तेरा चेतना आवे नाओ। सतगुरु किते सब कुछ वेख के मैनू तेरा नाम ना भुल जावे, मैनू तेरी सिफत सलाह ना भुल जावे, मैनू तेरी बंदगी ना भुल जावे, क्योंकि ये धन भी उत्थे है, ये माया भी उत्थे है, ये खुशियां भी उत्थे ने, ये खेड़े भी उत्थे ने जिथे उस अकाल पुरख परमात्मा का नाम है। आपां बचन पढ़िया हुणे, जो सुख को, बोलो प्यारे, जो सुख को चाहे सदा शरण राम। सतगुरु जी कह लगे, जे सदा सुख चाहना है, मैं तेनू एक गल बड़े टणका के कह देनी चाहना। गुरु अर्जन साहब जी का आप एक बचन पढ़ते हैं मुबारक बाणी दे विचों। गुरु साहब जी कह लगे, खोजत खोजत तत विचारियो, खोजत खोजत तत विचारियो, दास गोविंद परायण ऐ विनाशी खेम, चाहे जे नानक सदा सिमर नारायण। सतगुरु जी कह लगे, सजना जे तू कदे ना नाश होने वाला सुख चाहना है, ऐ विनाशी, ऐ विनाशी दे अर्थ ने जेड़ा कदे ना नाश होवे, ते खेम दे पदार्थां दी कोई कमी नहीं, धन दी कोई कमी नहीं, सुंदरता दी कोई कमी नहीं, जिन्हां दे कोल कारोबारां दी कोई कमी नहीं। जे कमी है उन्हां दे जीवन दे अंदर ते सकून दी कमी है, जे कमी है उन्हां दे जीवन दे अंदर सहज ते संतोख दी कमी है, जे कमी है उन्हां दे जीवन दे अंदर ते शांति दी कमी है। उन्हां दे कोल इन्ना धन होण दे बावजूद भी मन दा टिका। बेनती कर रहा सा भी माया भी जिहड़ी है ना, ये धन भी जिहड़ा है, लक्ष्मी भी जिहड़ी है, वो उत्थे है जिथे उस परमात्मा का नाम है। एक छोटी जी गाथा, हालांकि गाथा नूं सुनाउण वाले ने इहदे पिछे भाव केवल जिहड़ा वो इन्ना कुछ सानू दिता भी सानू परमात्मा के नाम की समझ लग जाए, सानू कीमत पै जाए। नहीं तो अज दे मनुख की हालात है, सतगुरु जी कह लगे, ऐसा जग देखिया जुआरी। ये जिहड़ा संसार है ना, ये जुआरी बनया पिया है। हुण जुआरी क्यों बनया पिया? सब सुख मंगे, इस सुख तो सारे मंगदा है, नाम विसारी, नाम जिहड़ा है अपने जीवन के अंदरों ये विसार के बैठा है, सच नूं विसार के बैठा है, रब्बी सिफत सलाह नूं विसार के बैठा है। ये सुख तो चाहुंदा है, पर खिमा करना इस मनुख नूं बाकी सारिया थावां दे उत्ते जाण दा टाइम है। जे इनू टाइम नहीं तो इनू गुरुद्वारे जाण दा टाइम नहीं, बाकी सारे कर्म करन दा टाइम है। जे टाइम नहीं तो 2 घड़ियां बाणी गुटका साहब फड़ के बाणी पढ़न दा टाइम नहीं। जे इहदे कोल टाइम नहीं तो बंदगी करन दा टाइम नहीं। उस विद्वान सज्जन ने गाथा लिखी, कहंदे एक दिन लक्ष्मी जिहड़ी है ना, वो विष्णु नूं कहन लगी भी, एक दिन विष्णु जिहड़ा है, खिमा करना, वो लक्ष्मी नूं कहन लगा भी वेख फलाना बंदा जिहड़ा है वो मेरा कितना भगत है, फलाना जिहड़ा इंसान है वो मेरा कितना भगत है। तवज्जो देना, गुरमत ने केवल उदाहरण के तौर पर इस दृष्टांत नूं साडे सामने रखिया है। नहीं तो मुबारक बाणी का एक बड़ा प्यारा बचन है, हों तो एक रमैया लेहूं आन देव बदलावन देहूं। कहने ने विष्णु लक्ष्मी नूं यह गल कहंदा है भी फलाना बंदा मेरा कितना भगत है, तो अगों लक्ष्मी हस के कहन लगी भी विष्णु जी, एक भगत असल च तेरा नहीं, ये भगत ते मेरा है। विष्णु कहन लगा नहीं, ये उन्हां भगतां दे विचों नहीं। आम करके आपां रब नूं इसे करके याद करते हैं ना भी धन मिल जाए, खुशियां मिल जान। सतगुरु जी कहन लगे कोई शक नहीं,
ਉਹ ਤੂੰ ਉਹਨੂੰ ਮੰਗ ਲੈ, ਉਹਦੇ ਘਰ ਸਭ ਕੁਝ ਹੈ। ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਹੁਣ ਵੀ ਪੜ੍ਹਨਾ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਤੂੰ ਉਹਨੂੰ ਮੰਗ ਲੈ, ਬਾਕੀ ਸਭ ਕੁਝ ਤੈਨੂੰ ਆਪੇ ਮਿਲ ਜਾਣਾ ਹੈ। ਜਿਹੜੇ ਪੁੱਤਰ ਨੇ ਨਾ ਮਾਂ ਬਾਪ ਨੂੰ ਮੰਗ ਲਿਆ ਨਾ, ਤੇ ਮਾਂ ਬਾਪ ਦੀ ਸਾਰੀ ਪ੍ਰਾਪਰਟੀ ਜਿਹੜੀ ਹੈ ਉਸ ਪੁੱਤਰ ਨੂੰ ਆਪੇ ਮਿਲ ਜਾਣੀ ਹੈ। ਤੇ ਜਿਹੜਾ ਦਾਅਵੇ ਕਰਦਾ ਪ੍ਰਾਪਰਟੀ ਦੇ, ਤੇ ਮਾਂ ਬਾਪ ਦੀ ਜਦੋਂ ਵਾਰੀ ਆਉਂਦੀ ਹੈ ਤੇ ਕਹਿੰਦੇ ਮੇਰੇ ਕੋਲ ਸਾਂਭ ਨਹੀਂ ਹੋਣਾ, ਮੇਰਾ ਟਾਈਮ ਨਹੀਂ, ਮੇਰੀ ਪਤਨੀ ਜੋਬ ਤੇ ਜਾਂਦੀ ਹੈ, ਮੇਰੇ ਬੱਚੇ ਛੋਟੇ ਛੋਟੇ ਨੇ, ਉਹਨਾਂ ਦੀ ਸਕੂਲਿੰਗ ਚੱਲਦੀ ਹੈ, ਮੇਰੇ ਕੋਲ ਸਾਂਭ ਨਹੀਂ ਹੋਣਾ। ਜੇ ਤੁਹਾਡੇ ਕੋਲ ਸਾਂਭ ਹੁੰਦਾ ਤੇ ਰੱਖ ਲਓ, ਜੇ ਨਹੀਂ ਹੁੰਦਾ ਤੇ ਬਿਰਧ ਆਸ਼ਰਮ ਦੇ ਵਿੱਚ ਛੱਡ ਆਓ। ਕਦੇ ਵੀ ਇਹੋ ਜਿਹੇ ਬੱਚੇ ਨੂੰ ਮਾਂ ਬਾਪ ਦਾ ਹਿੱਸਾ ਜਿਹੜਾ ਹੈ ਉਹ ਨਹੀਂ ਮਿਲਦਾ। ਇੱਕ ਬੇਨਤੀ ਛੋਟੀ ਜਿਹੀ ਕਰਕੇ ਮੈਂ ਅਗਾਂਹ ਵਧਣ ਦਾ ਯਤਨ ਕਰਾਂ, ਕਿਉਂਕਿ ਸਮਾਂ ਵੀ ਆਪਣੀ ਚਾਲੇ ਚੱਲਦਾ ਜਾ ਰਿਹਾ। ਸਾਧ ਸੰਗਤ ਜੀ, ਜਿਨ੍ਹਾਂ ਘਰਾਂ ਦੇ ਅੰਦਰ ਬਜ਼ੁਰਗਾਂ ਦਾ ਸਤਿਕਾਰ ਨਹੀਂ ਨਾ, ਇਹ ਬੇਨਤੀ ਨੂੰ ਸਮਝੀ, ਜਿਨ੍ਹਾਂ ਘਰਾਂ ਦੇ ਅੰਦਰ ਬਜ਼ੁਰਗਾਂ ਦਾ ਸਤਿਕਾਰ ਨਹੀਂ, ਉਹਨਾਂ ਘਰਾਂ ਦੇ ਅੰਦਰ ਆਪਾਂ ਕਦੇ ਵੀ ਇਸ ਗੱਲ ਦੀ ਇੱਛਾ ਨਹੀਂ ਰੱਖ ਸਕਦੇ ਵੀ ਉਸ ਘਰ ਦੇ ਉੱਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਕੋਈ ਨਜ਼ਰ ਮਿਹਰ ਹੋਵੇ। ਕਦੇ ਵੀ ਨਹੀਂ ਹੋ ਸਕਦਾ ਜਿਨ੍ਹਾਂ ਘਰਾਂ 'ਚ ਬਜ਼ੁਰਗਾਂ ਦਾ ਸਤਿਕਾਰ ਨਹੀਂ। ਖੈਰ, ਲక్ష్ਮੀ ਕਹਿਣ ਲੱਗੀ ਵਿਸ਼ਨੂੰ ਜੀ ਇਹ ਭਗਤ ਤੇਰਾ ਨਹੀਂ, ਇਹ ਮੇਰਾ ਹੈ। ਉਹ ਕਹਿਣ ਲੱਗਾ ਨਹੀਂ ਮੇਰਾ ਹੈ। ਆਪਸ 'ਚ ਗੱਲਬਾਤ ਜਿਹੜੀ ਸੀ ਉਹ ਬਹਿਸ ਦੇ ਉੱਤੇ ਆ ਕੇ ਖਲੋ ਗਈ। ਅਖੀਰ ਕਹਿਣ ਲੱਗੇ ਵੀ ਚਲੋ ਆਪਾਂ ਵੇਖ ਲੈਂਦੇ। ਵਿਸ਼ਨੂੰ ਜੀ ਭੇਸ ਵਟਾ ਕੇ ਗਏ। ਤਵੱਜੋ ਦੇਣਾ, ਮੈਂ ਸਿਰਫ 5 ਮਿੰਟਾਂ ਵਿੱਚ ਸਮਾਪਤੀ ਕਰ ਦੇਣੀ। ਭੇਸ ਵਟਾ ਕੇ ਗਏ ਵਿਸ਼ਨੂੰ ਜੀ ਆਪਣੇ ਉਸ ਭਗਤ ਦੇ ਘਰ। ਭਗਤ ਸੀ, ਉਹਨੇ ਵੇਖਿਆ ਵੀ ਸਾਧੂ ਮਹਾਤਮਾ ਘਰ ਆਇਆ ਹੈ, ਬੜਾ ਸਤਿਕਾਰ ਦਿੱਤਾ, ਬੜਾ ਪਿਆਰ ਦਿੱਤਾ। ਅਖੀਰ ਇੱਕ ਕਮਰੇ ਦੇ ਵਿੱਚ ਬਿਠਾ ਦਿੱਤਾ, ਘਰ ਦਾ ਜਿਹੜਾ ਮੇਨ ਕਮਰਾ ਸੀ। ਅਜੇ ਉਹ ਬੈਠਾ ਹੀ ਹੈ ਤੇ ਕੁਝ ਸਮੇਂ ਬਾਅਦ ਲక్ష్ਮੀ ਵੀ ਜਿਹੜੀ ਹੈ ਉਹ ਇੱਕ ਸੋਹਣੇ ਰੱਥ ਦੇ ਉੱਤੇ, ਇੱਕ ਐਸੇ ਰੱਥ ਦੇ ਉੱਤੇ ਜਿਹੜਾ ਸੋਨੇ ਦੇ ਨਾਲ ਉਹ ਰੱਥ ਜਿਹੜਾ ਹੈ ਉਹ ਜੜਿਆ ਹੋਇਆ ਹੈ, ਉਸ ਰੱਥ ਦੇ ਉੱਤੇ ਚੜ੍ਹ ਕੇ ਆ ਗਈ। ਬੜਾ ਹਾਰ ਸ਼ਿੰਗਾਰ ਕਰਕੇ ਆ ਗਈ। ਉਹਨੇ ਆ ਕੇ ਦਸਤਕ ਦਿੱਤੀ ਘਰ ਦੇ ਦਰਵਾਜ਼ੇ ਦੇ ਉੱਤੇ। ਹਾਂਜੀ ਕੌਣ? ਮੈਂ ਮਹਾਰਾਣੀ ਆ, ਅਗਲੇ ਪੜਾਅ ਤੇ ਜਾਣਾ ਸੀ, ਪਿਆਸ ਲੱਗੀ ਹੈ, ਜੇ ਕਿਤੇ ਪਾਣੀ ਮਿਲ ਜਾਵੇ। ਤੇ ਉਹ ਕਹਿਣ ਲੱਗਾ ਗੱਲ ਹੀ ਕੋਈ ਨਹੀਂ, ਵੀ ਧਰਮੀ ਇਨਸਾਨ ਹੈ, ਭਾਵੇਂ ਅੰਦਰੋਂ ਲਾਲਚ ਮਾਇਆ ਦਾ, ਬਾਹਰੋਂ ਤਾਂ ਧਰਮੀ ਹੈ ਨਾ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਮੈਂ ਹੁਣੇ ਤੁਹਾਡੇ ਲਈ ਪਾਣੀ ਲੈ ਕੇ ਆਉਣਾ। ਅੰਦਰ ਗਿਆ, ਪਾਣੀ ਲੈ ਕੇ ਆਇਆ। ਜਦੋਂ ਪਾਣੀ ਲੈ ਕੇ ਆਇਆ ਤੇ ਪਾਣੀ ਦਾ ਗਲਾਸ ਲక్ష్ਮੀ ਦੇ ਅੱਗੇ ਕੀਤਾ। ਉਹ ਕਹਿਣ ਲੱਗੀ ਅਸੀਂ ਕਿਸੇ ਦਾ ਭਾਂਡਾ ਯੂਜ਼ ਨਹੀਂ ਕਰਦੇ, ਅਸੀਂ ਆਪਣੇ ਬਰਤਨ ਦੇ ਵਿੱਚ ਪਾਣੀ ਪੀਵਾਂਗੇ। ਉਹਨੇ ਕਿਤੇ ਸੋਨੇ ਦਾ ਗਲਾਸ ਕੱਢਿਆ ਤੇ ਉਹਦੇ ਵਿੱਚ ਪਾਣੀ ਪਵਾਇਆ ਤੇ ਉਹ ਪਾਣੀ ਪੀ ਕੇ ਉਹ ਸੋਨੇ ਦਾ ਗਲਾਸ ਉਸ ਭਗਤ ਨੂੰ ਦੇ ਦਿੱਤਾ। ਭਗਤ ਕਹਿਣ ਲੱਗਾ ਵੀ ਆਹ ਤੇ ਗੱਲ ਬੜੀ ਵਧੀਆ ਹੈ ਵੀ ਇੱਕ ਪਾਣੀ ਦਾ ਗਲਾਸ ਪੈ ਤੇ ਸੋਨੇ ਦਾ ਗਲਾਸ ਮਿਲ ਗਿਆ। ਹੁਣ ਲਾਲਚ ਵੀ ਆਪਣੀ ਇੱਕ ਪ੍ਰਭਾਵ ਦਿਖਾਉਂਦਾ ਹੈ। ਉਹ ਕਹਿਣ ਲੱਗਾ ਰਾਣੀ ਸਾਹਿਬਾਂ ਮੇਰੇ ਪੈਂਡੇ ਤੇ ਚੱਲਿਓ, ਪਾਣੀ ਦੀ ਪਿਆਸ ਲੱਗੀ ਸੀ, ਭੁੱਖ ਵੀ ਲੱਗੀ ਹੋਵੇਗੀ, ਜੇ ਤੁਸੀਂ ਚਾਹੋ ਤਾਂ ਪ੍ਰਸ਼ਾਦਾ ਵੀ ਤਿਆਰ ਹੈ। ਵੀ ਜੇ ਪਾਣੀ ਛਕਾਇਆ ਤੇ ਇੱਕ ਸੋਨੇ ਦਾ ਗਲਾਸ ਮਿਲਿਆ, ਹੁਣ ਪ੍ਰਸ਼ਾਦਾ ਛਕਾਵਾਂਗਾ, 2-4 ਸਬਜ਼ੀਆਂ ਹੋਣਗੀਆਂ, ਇੱਕ ਥਾਲੀ ਹੋਵੇਗੀ, 4-5 ਕੋਲੀਆਂ ਹੋਣਗੀਆਂ, ਇੱਕ ਫਿਰ ਗਲਾਸ ਹੋਵੇਗਾ, ਨਾਲ ਗੜਵੀ ਹੋਵੇਗੀ, ਕਿੰਨਾ ਕੁਝ ਸੋਨੇ ਦਾ ਮਿਲ ਜਾਣਾ। ਉਹ ਕਹਿਣ ਲੱਗੀ ਵੀ ਜੇ ਇੱਛਾ ਤੇ ਨਹੀਂ, ਤੇਰੀ ਭਾਵਨਾ ਹੈ ਤੇ ਮੈਂ ਪ੍ਰਸ਼ਾਦਾ ਛਕ ਲੈਂਦੀ ਹਾਂ। ਘਰ ਬੁਲਾ ਲਿਆਂਦਾ। ਤਵੱਜੋ ਦੇਣਾ, ਘਰ ਬੁਲਾ ਕੇ ਲੈ ਆਇਆ। ਲక్ష్ਮੀ ਘਰ ਆਈ ਤੇ ਕੀ ਵੇਖਦੇ, ਹੁਣ ਉਹ ਤਾਂ ਦੋਵੇਂ ਵਿਸ਼ਨੂੰ ਤੇ ਲక్ష్ਮੀ ਸੈਟਿੰਗ ਕਰਕੇ ਆਏ ਨੇ ਨਾ ਵੀ ਭਗਤ ਕਿਹੜੀ ਚੀਜ਼ ਦਾ ਹੈ। ਹੁਣ ਵਿਸ਼ਨੂੰ ਜਿਹੜਾ ਕਮਰੇ ਦੇ ਵਿੱਚ ਬੈਠਾ ਹੈ, ਲక్ష్ਮੀ ਘਰ ਆ ਕੇ ਵੇਖਦੇ ਵੀ ਉਹ ਸਾਹਮਣੇ ਵਿਸ਼ਨੂੰ ਬੈਠਾ ਹੈ, ਭੇਖ ਬਦਲ ਕੇ। ਤੇ ਲక్ష్ਮੀ ਕਹਿਣ ਲੱਗੀ ਵੀ ਮੈਂ ਤੇਰੇ ਘਰ 'ਚ ਬੈਠਾਂਗੀ ਤੇ ਜ਼ਰੂਰ, ਪਰ ਇੱਕ ਸ਼ਰਤ ਹੈ, ਮੈਂ ਬਹਿਣਾ ਉਸ ਕਮਰੇ ਦੇ ਵਿੱਚ ਹੈ ਜਿੱਧਰ ਉਹ ਮਹਾਤਮਾ ਬੈਠਾ ਹੈ। ਬਥੇਰੇ ਤਰਲੇ ਕੀਤੇ ਵੀ ਕੋਈ ਹੋਰ ਕਮਰਾ ਲੈ ਲਓ, ਬੜੇ ਕਮਰੇ ਨੇ ਘਰ ਦੇ ਅੰਦਰ। ਕਹਿੰਦੀ ਨਹੀਂ, ਮੇਰੀ ਸ਼ਰਤ ਇਹ ਹੈ, ਮੈਂ ਤਾਂ ਤੇਰੇ ਘਰ ਪ੍ਰਸ਼ਾਦਾ ਛਕਾਂਗੀ ਵੀ ਜੇ ਤੂੰ ਮੈਨੂੰ ਉਸ ਕਮਰੇ ਦੇ ਵਿੱਚ ਬਿਠਾਵੇਂਗਾ। ਹੁਣ ਕੀ ਕਰਦਾ, ਮਨ ਦੇ ਅੰਦਰ ਤਾਂ ਸੋਨੇ ਦੀ ਥਾਲੀ ਦੇ ਖਿਆਲਾਤ ਚੱਲ ਰਹੇ ਨੇ, 3-4 ਸਬਜ਼ੀਆਂ ਜਿਹੜੇ ਸੋਨੇ ਦੀਆਂ ਕੋਲੀਆਂ 'ਚ ਪੈਣੀਆਂ ਨੇ ਉਹਦੇ ਖਿਆਲਾਤ ਚੱਲ ਰਹੇ ਨੇ। ਅਖੀਰ ਸਮਝਾਇਆ
ਬੇਨਤੀਆਂ ਕੀਤੀਆਂ ਵੀ ਨਹੀਂ, ਮਹਾਤਮਾ ਆਏ ਨੇ, ਸਾਧੂ ਆਏ ਨੇ, ਉਹਨਾਂ ਦੀ ਤੋਹੀਨ ਕਰਦਿਆਂ ਚੰਗੇ ਨਹੀਂ ਲੱਗਦੇ। ਲక్ష్ਮੀ ਕਹਿਣ ਲੱਗੀ ਵੀ ਜੇ ਤੂੰ ਛਕਾਣੇ ਤਾਂ ਮੈਂ ਚੱਲੀ ਆ। ਬਾਂਹ ਫੜ ਕੇ ਕਹਿਣ ਲੱਗਾ ਆ ਜਾਓ, ਕੋਈ ਗੱਲ ਨਹੀਂ। ਉਸ ਕਮਰੇ ਦੇ ਵਿੱਚ ਲੈ ਗਿਆ। ਸਾਧੂ ਨੂੰ ਕਹਿਣ ਲੱਗਾ ਵੀ ਤੁਸੀਂ ਦੂਜੇ ਕਮਰੇ 'ਚ ਆ ਜਾਓ। ਉਹ ਕਹਿਣ ਲੱਗੇ ਵੀ ਮੈਂ ਨਹੀਂ ਦੂਸਰੇ ਕਮਰੇ 'ਚ ਆਉਣਾ, ਕਿਉਂਕਿ ਤੂੰ ਪਹਿਲਾਂ ਮੈਨੂੰ ਇਸ ਕਮਰੇ 'ਚ ਬਿਠਾਇਆ, ਮੈਂ ਦੂਸਰੇ 'ਚ ਨਹੀਂ ਜਾਣਾ। ਕਹਿੰਦਾ ਮੇਰੀ ਬੇਨਤੀ ਹੈ, ਘਰ ਆਈ ਮਾਇਆ ਨੂੰ ਤੁਸੀਂ ਐਵੇਂ ਨਾ ਕਰੋ, ਤੁਸੀਂ ਸਾਧੂ ਮਹਾਤਮਾ ਹੋ, ਤੁਸੀਂ ਦੂਸਰੇ ਕਮਰੇ ਚਲੇ ਜਾਓ। ਕਹਿੰਦੇ ਮੈਂ ਨਹੀਂ ਜਾਣਾ। ਵਿਸ਼ਨੂੰ ਵੀ ਵਿਟਰ ਗਿਆ। ਜਦੋਂ ਵਿਸ਼ਨੂੰ ਵਿਟਰ ਗਿਆ, ਅਖੀਰ ਬਾਂਹ ਫੜ ਕੇ ਘਰੋਂ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਕਹਿੰਦਾ ਜਾ ਬਾਬਾ, ਤੈਨੂੰ ਹੋਰ ਘਰ ਬਥੇਰੇ, ਇਹੋ ਜਿਹੀ ਸਾਮੀ ਕਿਤੇ ਰੋਜ਼ ਮਿਲਦੀ ਹੈ। ਜਿਵੇਂ ਵਿਸ਼ਨੂੰ ਘਰੋਂ ਬਾਹਰ ਗਿਆ, ਪਿੱਛੇ ਲక్ష్ਮੀ ਤੁਰ ਪਈ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਹੁਣ ਜਦੋਂ ਸਾਰਾ ਉਹਦੇ ਸਾਹਮਣੇ ਦ੍ਰਿਸ਼ ਆ ਗਿਆ ਨਾ, ਬਥੇਰੇ ਤਰਲੇ ਕੱਢਦਾ, ਮਹਾਰਾਣੀ ਸਾਹਿਬਾ ਤੁਹਾਡੇ ਲਈ ਮਹਾਤਮਾ ਨੂੰ ਬਾਹਰ ਕੱਢ ਦਿੱਤਾ। ਉਹ ਕਹਿਣ ਲੱਗੀ ਬਸ ਇਹੀ ਫਰਕ ਹੈ, ਜਿੱਥੇ ਇਹ ਮਹਾਤਮਾ ਉਹਦੇ ਪਿੱਛੇ ਪਿੱਛੇ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿੱਥੇ ਰੱਬ ਦਾ ਨਾਮ ਉੱਥੇ ਖੁਸ਼ੀਆਂ, ਉੱਥੇ ਖੇੜੇ, ਉੱਥੇ ਧਨ ਦੌਲਤ ਦੇ ਅੰਬਾਰ ਜਿਹੜੇ ਨੇ ਉਹ ਭਰੇ ਰਹਿੰਦੇ ਨੇ। ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। हे ਮਾਲਕ ਜੀ, ਤੂੰ ਮੇਰਾ ਦਾਤਾ ਹੈ, ਤੂੰ ਮੇਰਾ ਮਾਲਕ ਹੈ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੂੰ ਰੰਗ ਰਾਤਾ। ਮੇਰੇ ਉੱਤੇ ਤੂੰ ਬੜੀਆਂ ਕਿਰਪਾ ਕੀਤੀਆਂ, ਬੜਾ ਕੁਝ ਦਿੱਤਾ। ਇੱਕ ਕਿਰਪਾ ਹੋਰ ਕਰ, ਜੋ ਕੁਝ ਵੀ ਮੈਨੂੰ ਦਿੱਤਾ ਹੈ ਮੈਂ ਇਹ ਸਭ ਕੁਝ ਪ੍ਰਾਪਤ ਕਰਕੇ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ। ਜਿਵੇਂ ਸੇਵਕ ਪਰਿਵਾਰ ਗਾ ਰਿਹਾ ਹੈ, ਆਓ ਆਪਾਂ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਇਹ ਅਰਦਾਸ ਕਰੀਏ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇ, ਆਪਣਾ ਨਾਮ ਦੇ, ਆਪਣਾ ਨਾਮ ਦੇ, ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ, ਨਾਨਕ ਚਾਹੇ, ਨਾਨਕ ਚਾਹੋ ਇਹ, ਨਾਨਕ ਚਾਹੋ ਇਹ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ, ਜਿੱਥੇ ਉਸ ਮਾਲਕ ਦੀਆਂ ਅਸੀਂ ਦਾਤਾਂ ਨੂੰ ਹੰਢਾਰੇ ਆ, ਤਨ ਕਰੀ ਸਤਿਗੁਰੂ ਜੀ ਦੀ ਬਾਣੀ ਦਾ ਉਹ ਆਸਰਾ ਲੈ ਕੇ ਉਸ ਮਾਲਕ ਦਾ ਸ਼ੁਕਰਾਨਾ ਵੀ ਕਰੀਏ, ਉਹਦੀ ਸਿਫਤ ਸਲਾਹ ਦੇ ਨਾਲ ਜੁੜਨ ਦਾ ਯਤਨ ਕਰੀਏ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਨੇ ਬੜੀ ਪਿਆਰੀ ਗੱਲ ਕਹੀ ਹੈ, ਘਰ ਮੰਦਰ ਹਟ ਨਾਵੇਂ ਸੋਹੇ।